ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਇਹ ਇਨਸਾਨ ਆਪਣੇ ਮਨ ਦੇ ਵਿੱਚੋਂ ਇਹ ਭਟਕਣਾ ਨੂੰ ਦੂਰ ਕਰਕੇ ਆਪਣੇ ਸਾਹਿਬ ਆਪਣੇ ਮਾਲਕ ਦੀ ਚਾਕਰੀ ਕਰ, ਆਪਣੇ ਮਾਲਕ ਦੀ ਸੇਵਾ ਸਿਮਰਨ ਬੰਦਗੀ ਕਰ। ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ। ਆਖਦੇ ਨੇ ਕਿ ਦਰਵੇਸ਼ਾਂ ਨੂੰ ਲੋੜੀਏ, ਕਿ ਦਰਵੇਸ਼ਾਂ ਨੂੰ ਇਹ ਚਾਹੀਦਾ ਹੈ ਕਿਉਂਕਿ ਦਰਵੇਸ਼ਾਂ ਦਾ ਜੋ ਹਿਰਦਾ ਹੈ ਉਹ ਰੁੱਖਾਂ ਵਰਗਾ ਜਿਗਰਾ ਹੈ। ਤੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਵੱਲ ਦੇਖਦੇ ਹਾਂ ਤੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰਉਪਕਾਰੀ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਨੂੰ ਜੋ ਦੇਖਦੇ ਹਾਂ ਤੇ ਉਹ ਸੰਸਾਰ ਦੇ ਵਿੱਚ ਪਰਉਪਕਾਰ ਦੀ ਭਾਵਨਾ ਲੈ ਕੇ ਸੰਸਾਰ 'ਚ ਵੰਡਣ ਹੀ ਆਏ ਨੇ। ਹਰ ਇੱਕ ਇਨਸਾਨ ਕੁਝ ਚਾਹਣ ਦੀ ਮੰਗ ਰੱਖਦਾ ਹੈ, ਹਰ ਇੱਕ ਚੀਜ਼ ਉਹ ਲੋਚਦਾ ਹੈ ਕਿ ਮੈਨੂੰ ਪ੍ਰਾਪਤ ਹੋ ਜਾਏ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਵੰਡਣ ਆਏ ਨੇ। ਬਾਬਾ ਫਰੀਦ ਸਾਹਿਬ ਨੇ ਰੁੱਖ ਦੇ ਜਿਗਰੇ ਦੀ ਗੱਲ ਕੀਤੀ ਹੈ ਕਿ ਦਰਵੇਸ਼ਾਂ ਦਾ ਜਿਗਰਾ ਔਰ ਰੁੱਖਾਂ ਦਾ ਜਿਗਰਾ ਇੱਕੋ ਵਰਗਾ ਹੈ। ਉਹ ਆਖਦੇ ਨੇ ਕਿ ਜਿਵੇਂ ਰੁੱਖ ਦਾ ਇੱਕ ਸੁਭਾਅ ਹੈ ਕਿ ਜਿਸ ਧਰਤੀ ਦੇ ਹਿੱਕ ਦੇ ਵਿੱਚ ਰੁੱਖ ਨੂੰ ਲਗਾ ਦਿੱਤਾ ਜਾਂਦਾ ਹੈ ਉਹ ਸਾਰੀ ਜ਼ਿੰਦਗੀ ਉਸ ਥਾਂ ਦੇ ਉੱਪਰ ਟਿਕਿਆ ਰਹਿੰਦਾ ਹੈ। ਇਸੇ ਤਰ੍ਹਾਂ ਦਰਵੇਸ਼ ਜੋ ਨੇ ਉਹ ਕੇਵਲ ਮਾਲਕ ਦੇ ਚਰਨਾਂ ਦੇ ਵਿੱਚ ਹੀ ਪਏ ਰਹਿੰਦੇ ਨੇ, ਮਾਲਕ ਦੇ ਆਸਰੇ ਹੀ ਜਿਉਂਦੇ ਨੇ। ਜਿਵੇਂ ਇੱਕ ਦਰਖਤ ਇੱਕ ਥਾਂ ਦੇ ਉੱਪਰ ਆਪਣੀ ਸਾਰੀ ਜ਼ਿੰਦਗੀ ਹੰਢਾਉਂਦਾ ਹੈ ਨਾ, ਇਸੇ ਤਰ੍ਹਾਂ ਦਰਵੇਸ਼ ਵੀ ਮਾਲਕ ਦਾ ਓਟ ਆਸਰਾ ਲੈ ਕੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਇੱਕ ਮਾਲਕ ਦੀ ਟੇਕ ਦੇ ਗੁਜ਼ਾਰ ਦਿੰਦਾ ਹੈ। ਉਹ ਦੁਨਿਆਵੀ ਟੇਕਾਂ ਦੇ ਉੱਪਰ ਨਹੀਂ ਜੀਂਦਾ। ਰੁੱਖ ਦੇ ਅੰਦਰ ਇਹ ਗੁਣ ਨੇ ਕਿ ਰੁੱਖ ਆਪ ਗਰਮੀ ਸਰਦੀ ਬਰਸਾਤ ਇਹ ਸਾਰਾ ਕੁਝ ਹੰਢਾ ਕਰਕੇ ਵੀ ਜੋ ਰੁੱਖ ਦੀ ਸ਼ਰਨ 'ਚ ਆ ਜਾਣਾ, ਰੁੱਖ ਉਹਨਾਂ ਨੂੰ ਠੰਡੀ ਛਾਂ ਦਿੰਦਾ ਹੈ। ਜਦੋਂ ਰਾਹਗੀਰ ਅੱਤ ਦੀ ਤਪਸ਼ ਹੋਏ, ਲੂ ਚਲਦੀ ਹੋਏ, ਅੱਤ ਦੀ ਗਰਮੀ ਹੋਏ ਤੇ ਰੁੱਖਾਂ ਦੇ ਥੱਲੇ ਆ ਕੇ ਬੈਠ ਕੇ ਛਾਂ ਮਾਣਦੇ ਨੇ। ਬਸ ਰੁੱਖਾਂ ਦਾ ਸੁਭਾਅ ਇਹ ਹੈ ਕਿ ਆਪਣੇ ਉੱਪਰ ਭਾਵੇਂ ਗਰਮੀ ਸਰਦੀ ਸਭ ਕੁਝ ਸਹਾਰਨ, ਪਰ ਜੋ ਰੁੱਖ ਦੀ ਸ਼ਰਨ 'ਚ ਆਏ ਉਹਨਾਂ ਨੂੰ ਉਹ ਨਿੱਘੀ ਛਾਂ ਦਿੰਦੇ ਨੇ। ਇਹ ਰੁੱਖਾਂ ਦਾ ਉਹ ਦਰਵੇਸ਼ਾਂ ਦਾ ਸੁਭਾਅ ਹੈ। ਰੁੱਖ ਆਪਣੇ ਉੱਪਰ ਚੜ੍ਹਨ ਵਾਲਿਆਂ ਨੂੰ ਵੀ ਫਲ ਫੁੱਲ ਦਿੰਦਾ ਹੈ, ਭਾਵੇਂ ਉਹਨਾਂ ਨੂੰ ਪੱਥਰ ਹੀ ਕਿਉਂ ਨਾ ਕੋਈ ਮਾਰੇ ਤਾਂ ਵੀ ਰੁੱਖ ਉਹਨਾਂ ਨੂੰ ਉਹਨਾਂ ਦੇ ਬਦਲੇ ਫਲ ਫੁੱਲ ਦੇ ਕੇ ਨਿਵਾਜਦਾ ਹੈ। ਤੇ ਸਾਧ ਸੰਗਤ ਨਾ ਸ਼ੁਕਰਾ ਜੀਵ ਜੇ ਉਸ ਰੁੱਖ ਨੂੰ ਕੱਟ ਕੇ ਲੈ ਜਾਏ ਤੇ ਰੁੱਖ ਦੀ ਨਾਵ ਬਣਾ ਕੇ ਉਹ ਸਮੁੰਦਰ ਨੂੰ ਵੀ ਪਾਰ ਕਰਵਾ ਦਿੰਦਾ ਹੈ। ਤੇ ਗਰਮੀ ਸਰਦੀਆਂ ਦੇ ਦਿਨਾਂ ਵਿੱਚ ਮਨੁੱਖ ਇਹਨਾਂ ਗਰਮੀਆਂ ਸਰਦੀਆਂ ਤੋਂ ਬਚਣ ਲਈ ਆਪਣੇ ਘਰ ਦੀਆਂ ਬਾਰੀਆਂ ਦਰਵਾਜ਼ੇ ਆਦਿਕ ਬਣਾ ਕੇ ਇਹਨਾਂ ਗਰਮੀਆਂ ਸਰਦੀਆਂ ਤੋਂ ਆਪਣੀ ਰੱਖਿਆ ਕਰਦੇ ਨੇ। ਰੁੱਖ ਦਾ ਸੁਭਾਅ ਹੀ ਪਰਉਪਕਾਰੀ ਹੈ। ਤੇ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੱਲ ਦੇਖਦੇ ਹਾਂ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੀ ਸਖਣੀ ਝੋਲੀ ਦੇ ਵਿੱਚ ਇਹ ਦਇਆ ਰੂਪੀ ਪਰਉਪਕਾਰ ਪਾਇਆ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ। ਸਾਧ ਸੰਗਤ ਦੋ ਚੀਜ਼ਾਂ ਨੇ, ਇੱਕ ਸ਼ਬਦ ਹੈ ਦਇਆ, ਦੂਸਰਾ ਸ਼ਬਦ ਹੈ ਸੰਤੋਖ। ਜਦੋਂ ਦਇਆ ਦੀ ਗੱਲ ਆਉਂਦੀ ਹੈ ਨਾ, ਮਨੁੱਖ ਦਇਆ ਆਪਣਿਆਂ ਦੇ ਉੱਪਰ ਕਰਦਾ ਹੈ। ਆਪਣਾ ਪਰਿਵਾਰ ਹੋਏ, ਆਪਣੇ ਘਰ ਦੇ ਜੀਅ ਹੋਣ, ਆਪਣੇ ਰਿਸ਼ਤੇਦਾਰ ਹੋਣ, ਉਹਨਾਂ ਲਈ ਮਨੁੱਖ ਬੜਾ ਯਤਨਸ਼ੀਲ ਹੈ, ਉਹਨਾਂ ਦੇ ਉੱਪਰ ਦਇਆ ਕਰਦਾ ਹੈ। ਹਾਲਾਂਕਿ ਦਇਆ ਜਿਹੜੀ ਹੈ ਉਹ ਲੋੜਵੰਦ ਦੇ ਉੱਪਰ ਕਰਨੀ ਚਾਹੀਦੀ, ਦਇਆ ਲੋਕਾਈ ਦੇ ਉੱਪਰ ਤਰਸ ਕਰਕੇ ਕਰਨੀ ਚਾਹੀਦੀ। ਪਰ ਦਇਆ ਦੀ ਜਦੋਂ ਗੱਲ ਆਉਂਦੀ ਹੈ ਤੇ ਦਇਆ ਮਨੁੱਖ ਆਪਣਿਆਂ ਉੱਪਰ ਕਰਦਾ ਹੈ, ਆਪਣੇ ਪਰਿਵਾਰ ਦੇ ਜੀਆਂ ਉੱਪਰ ਕਰਦਾ ਹੈ, ਆਪਣੇ ਬੱਚਿਆਂ ਉੱਪਰ ਕਰਦਾ ਹੈ। ਦੂਸਰਾ ਸ਼ਬਦ ਹੈ ਸੰਤੋਖ, ਜਿਹਨੂੰ ਸਬਰ ਸੰਤੋਖ ਕਿਹਾ ਜਾਂਦਾ ਹੈ। ਜਦੋਂ ਕਿਸੇ ਦੇ ਘਰ ਦੇ ਵਿੱਚੋਂ ਕੋਈ ਜੀਵ ਚੜ੍ਹਾਈ ਕਰ ਜਾਏ ਨਾ ਤੇ ਲੋਕੀ ਸਬਰ ਸੰਤੋਖ ਦੇਣ ਵਾਸਤੇ ਚਲੇ ਜਾਂਦੇ ਨੇ ਕਿ ਭਾਣਾ ਮੰਨੋ ਸੰਤੋਖ ਰੱਖੋ। ਪਰ ਉਹੀ ਭਾਣਾ ਜਦੋਂ ਆਪਣੇ ਨਾਲ ਵਰਤ ਜਾਂਦੇ ਤੇ ਜਿਨ੍ਹਾਂ ਨੂੰ 4 ਦਿਨ ਪਹਿਲਾਂ ਅਸੀਂ ਸੰਤੋਖ ਦੇ ਕੇ ਆਏ ਹੁੰਦੇ ਆ ਉਹ ਸਾਨੂੰ ਸੰਤੋਖ ਦੇਣ ਆ ਜਾਂਦੇ ਨੇ। ਇਹ ਦੋਨੋਂ ਸ਼ਬਦ ਸੰਤੋਖ ਦੂਸਰਿਆਂ ਨੂੰ ਦੇਣ ਜਾਂਦੇ ਨੇ ਔਰ ਦਇਆ ਆਪਣੇ ਉੱਪਰ ਕਰਦੇ ਨੇ, ਪਰ ਹਕੀਕਤ ਦੇ ਵਿੱਚ
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜਦੋਂ ਜੀਵਨ ਦੇਖਦੇ ਹਾਂ ਤੇ ਗੁਰਦੇਵ ਮਹਾਰਾਜ ਨੇ ਦਇਆ ਲੁਕਾਈ ਦੇ ਉੱਪਰ ਕੀਤੀ, ਸੰਤੋਖ ਆਪਣੇ ਉੱਪਰ ਟਿਕਾਇਆ। ਸੰਤੋਖੀ ਜੀਵਨ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ। 1621 ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ ਗੁਰਦੇਵ ਨੇ। ਸਾਧ ਸੰਗਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਦੋਂ ਬਾਲਾ ਪ੍ਰੀਤਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇਸ ਦਿੱਲੀ ਦੀ ਧਰਤੀ ਪਰ ਜੋਤੀ ਜੋਤ ਸਮਾਏ ਤੇ ਇਸ਼ਾਰਾ ਕਹਿ ਕੇ ਕਰਕੇ ਗਏ ਕਿ ਬਾਬਾ ਬਸੈ ਜੇ ਗ੍ਰਾਮ ਬਕਾਲੇ ਬਨ ਗੁਰੂ ਸੰਗਤ ਸਕਲ ਸੰਭਾਲੇ, ਕਿ ਬਕਾਲੇ ਦੀ ਧਰਤੀ ਪਰ ਅਗਲੇ ਗੁਰੂ ਨੇ ਤੇ ਬਕਾਲੇ ਦੀ ਧਰਤੀ ਪਰ 22 ਮੰਜੀਆਂ ਲੱਗ ਗਈਆਂ। ਇਤਿਹਾਸ ਨੂੰ ਮੈਂ ਸੰਖੇਪ ਕਰਾਂ। ਮੱਖਣ ਸ਼ਾਹ ਲੁਬਾਣਾ ਜਦੋਂ ਪਹੁੰਚਦਾ ਹੈ ਬਕਾਲੇ ਦੀ ਧਰਤੀ ਪਰ, ਜਿਹਦਾ ਜਹਾਜ਼ ਜਿਹੜਾ ਸੀ ਸਮੁੰਦਰ ਦੇ ਵਿੱਚ ਡੁਬਕੀਆਂ ਲੈ ਰਿਹਾ ਸੀ, ਤੇ ਉਸਨੇ ਇਹ ਆਸ ਕੀਤੀ, ਅਰਦਾਸ ਕੀਤੀ ਮਾਲਕ ਦੇ ਚਰਨਾਂ ਦੇ ਕਿ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਜਦੋਂ ਜਹਾਜ਼ ਕੰਢੇ ਲੱਗਿਆ ਤੇ 500 ਮੋਹਰਾਂ ਜੜੀਆਂ ਨੇ ਉਹ ਲੈ ਕੇ ਦਸਵੰਧ ਦੀਆਂ ਪਹੁੰਚਿਆ। ਪਤਾ ਲੱਗਾ ਕਿ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੋਤੀ ਜੋਤ ਸਮਾ ਗਏ ਤੇ ਅਗਲਾ ਇਸ਼ਾਰਾ 9ਵੇਂ ਗੁਰੂ ਲੈ ਕਰਕੇ ਗਏ ਨੇ ਬਕਾਲੇ ਦੀ ਧਰਤੀ ਪਰ। 22 ਮੰਜੀਆਂ ਲੱਗੀਆਂ, 22 ਦੇ ਅੱਗੇ ਆਪਣੀ ਸਮਰੱਥਾ ਮੁਤਾਬਕ ਕੋਈ ਇਤਿਹਾਸਕਾਰ ਆਖਦਾ ਕਿ 2-2 ਮੋਹਰਾਂ ਰੱਖੀਆਂ, ਕੋਈ ਆਖਦਾ ਕਿ 5-5 ਰੱਖੀਆਂ, ਪਰ 22 ਦੇ ਅੱਗੇ ਮੱਥਾ ਟੇਕਣ ਤੋਂ ਬਾਅਦ ਵੀ ਜਦੋਂ ਮਨ ਅੰਦਰ ਤਸੱਲੀ ਨਹੀਂ ਆਈ, ਕਿਸੇ ਨੂੰ ਪੁੱਛਿਆ ਕੋਈ ਹੋਰ ਵੀ ਗੁਰੂ ਹੈ, ਕਿਸੇ ਨੇ ਦੱਸ ਪਾਈ ਕਿ ਇੱਥੇ ਭੋਰਾ ਸਾਹਿਬ ਦੇ ਵਿੱਚ ਇੱਕ ਗੁਰੂ ਬੈਠੇ ਨੇ, ਜੇ ਤੁਹਾਡੇ ਮਨ ਦੀ ਭਾਵਨਾ ਤੇ ਉਹਨਾਂ ਦੇ ਵੀ ਦਰਸ਼ਨ ਕਰੋ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਵਿਚਾਰਾਂ ਦੀ ਸਾਂਝ ਹੁੰਦੀ ਹੈ, ਕਿਉਂਕਿ ਬਾਣੀ ਆਖਦੀ ਹੈ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ। ਮਨ ਦੀਆਂ ਦੁਬਦਾਵਾਂ ਮੁੱਕ ਗਈਆਂ ਤੇ ਕੋਠੇ ਦੇ ਉੱਪਰ ਇਹ ਪੱਲੂ ਫੇਰ ਕੇ ਕਹਿ ਦਿੱਤਾ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਮੱਖਣ ਸ਼ਾਹ ਲੁਬਾਣਾ ਜੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਪ੍ਰਗਟ ਕਰਦਾ ਹੈ ਤੇ ਧੀਰ ਮਲ ਜੀ ਇਹ ਸਹਾਰ ਨਾ ਸਕੇ, ਤੇ ਧੀਰ ਮਲ ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਸ ਵੇਲੇ ਸਰੂਪ ਵੀ ਸੀ, ਉਹਨਾਂ ਨੇ ਸੀਹੇ ਮਸੰਦ ਦੀ ਸਹਾਇਤਾ ਦੇ ਨਾਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰ ਗੋਲੀ ਚਲਵਾਈ। ਗੋਲੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਮਸਤਕ ਨੂੰ ਹੋ ਕੇ ਲੰਘ ਗਈ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਿਤਨਾ ਸਬਰ ਸੰਤੋਖ ਹੈ ਸਾਧ ਸੰਗਤ, ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਸਿੱਖ ਵੀ ਨੇ। ਇੱਥੋਂ ਤੱਕ ਕਿ ਮੱਖਣ ਸ਼ਾਹ ਲੁਬਾਣਾ ਆਪਣੇ 500 ਫੌਜੀਆਂ ਦੇ ਨਾਲ ਵੀ ਤਿਆਰ ਹੈ। ਸਾਰਾ ਸਮਾਨ ਉਹ ਲੁੱਟ ਕੇ ਲੈ ਕੇ ਚਲਾ ਗਿਆ ਸੀ ਹਾਂ ਮਸੰਦ ਤੇ ਨਾਲ ਬਾਬਾ ਧੀਰਮਲ ਜੀ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਡੋਲ ਬੈਠੇ ਰਹੇ। ਪਤਾ ਲੱਗਾ ਮੱਖਣ ਸ਼ਾਹ ਲੁਬਾਣਾ ਨੂੰ, ਉਹ ਮੁਸ਼ਕਾਂ ਬਣ ਕੇ ਲੈ ਕੇ ਆ ਗਏ, ਉਹਨਾਂ ਦੇ ਹੱਥ ਬਣ ਕੇ ਸੀਹੇ ਮਸੰਦ ਦੇ ਔਰ ਧੀਰਮਲ ਜੀ ਦੇ ਹੱਥ ਬਣ ਕੇ ਮਹਾਰਾਜ ਦੇ ਸਾਹਮਣੇ ਪੇਸ਼ ਕੀਤਾ। ਤੇ ਭਾਈ ਸੰਤੋਖ ਸਿੰਘ ਜੀ ਉੱਥੇ ਬੜੇ ਪਿਆਰੇ ਬਚਨ ਲਿਖਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਰਉਪਕਾਰ ਦੀ ਮੂਰਤ ਆਖਣ ਲੱਗੇ, ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ। ਕਿਹੇ ਧੀਰਮਲ ਜੀ ਤੁਸੀਂ ਭਲੇ ਹੋ, ਜੇ ਤੁਹਾਨੂੰ ਧਨ ਪਦਾਰਥ ਹੀ ਚਾਹੀਦਾ ਤੁਸੀਂ ਮੰਗ ਲੈਂਦੇ, ਅਸੀਂ ਤੁਹਾਨੂੰ ਦੇ ਦਿੰਦੇ। ਤੇ ਮੱਖਣ ਸ਼ਾਹ ਲੁਬਾਣੇ ਨੇ ਇਹ ਗੱਲ ਕਹੀ, ਗੁਰਦੇਵ ਪਾਤਸ਼ਾਹ ਤੁਸੀਂ ਹੁਕਮ ਕਰੋ, ਇਹਨਾਂ ਨੂੰ ਬਣਦੀਆਂ ਹੋਈਆਂ ਸਜ਼ਾਵਾਂ ਦਿੱਤੀਆਂ ਜਾਣਗੀਆਂ। ਤੇ ਮਹਾਰਾਜ ਨੇ ਬਖਸ਼ ਦਿੱਤਾ ਸੀ ਧੀਰਮਲ ਜੀ ਨੂੰ ਵੀ ਔਰ ਸੀਹੇ ਮਸੰਦ ਨੂੰ ਵੀ, ਕਿਉਂਕਿ ਗੁਰਦੇਵ ਦੇ ਹਿਰਦੇ ਅੰਦਰ ਸਬਰ ਵੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਇਆ ਦੀ ਮੂਰਤ ਨੇ, ਉਹ ਪਰਉਪਕਾਰੀ ਨੇ ਗੁਰਦੇਵ ਪਾਤਸ਼ਾਹ। ਸਤਿਗੁਰ ਮਹਾਰਾਜ ਬਕਾਲੇ ਤੋਂ ਹੁਣ ਅੰਮ੍ਰਿਤਸਰ ਦੀ ਧਰਤੀ ਪਰ ਪਹੁੰਚੇ ਤੇ ਅੰਮ੍ਰਿਤਸਰ ਦੀ ਧਰਤੀ ਉੱਪਰ ਦਰਬਾਰ ਸਾਹਿਬ ਜਦੋਂ ਪਹੁੰਚੇ ਨਾ, ਤੇ ਉੱਥੇ ਦੇ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ। ਮਿਹਰਬਾਨ ਜੀ ਉਸ ਵੇਲੇ ਉੱਥੇ ਮੌਜੂਦ ਨੇ ਤੇ ਬਾਬਾ ਧੰਨ ਗੁਰੂ
ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਆਉਣ ਦੇ ਨਾਲ ਜਦੋਂ ਦਰਵਾਜ਼ੇ ਬੰਦ ਕਰ ਦਿੱਤੇ, ਮਹਾਰਾਜ ਨੇ ਪਰਵਾਹ ਨਹੀਂ ਕੀਤੀ, ਗੁਰਦੇਵ ਪਾਤਸ਼ਾਹ ਨਗਰ ਤੋਂ ਬਾਹਰ ਜਾ ਕੇ ਬੈਠ ਗਏ। ਤੇ ਉਸ ਵੇਲੇ ਸੰਗਤਾਂ ਨੂੰ ਪਤਾ ਲੱਗਾ ਤੇ ਸੰਗਤਾਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਈਆਂ, ਆ ਕੇ ਕੀਮਤੀ ਵਸਤੂਆਂ ਭੇਟਾਂ ਕੀਤੀਆਂ ਤੇ ਮਹਾਰਾਜ ਨੇ ਇਹ ਵਰ ਦਿੱਤੇ ਸਨ ਕਿ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਕਿ ਮਾਈਆਂ ਰੱਬ ਦੀ ਰਜਾ ਦੇ ਤੁਰਨ ਵਾਲੀਆਂ ਨੇ। ਪਰਮਾਤਮਾ ਨੇ ਆਪਣੀ ਭਗਤੀ ਦੀ ਦਾਤ ਇਹਨਾਂ ਦੀ ਝੋਲੀ ਦੇ ਵਿੱਚ ਪਾਈ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇੱਥੋਂ ਹੁੰਦਿਆਂ ਹੋਇਆਂ ਅਨੰਦਪੁਰ ਸਾਹਿਬ ਦੀ ਧਰਤੀ ਪਰ ਪਹੁੰਚਦੇ ਨੇ ਤੇ ਉੱਥੇ ਦੀ ਧਰਤੀ ਜਿਹੜੀ ਹੈ ਅਨੰਦਪੁਰ ਸਾਹਿਬ ਦੀ, ਮਹਾਰਾਜ ਨੇ 500 ਰੁਪਏ ਦੀ ਆਪ ਮੁੱਲ ਖਰੀਦੀ, ਜਿਹਦਾ ਨਾਮ ਸੀ ਪਹਿਲੇ ਮਾਖੋਵਾਲ। ਮਾਖੋਵਾਲ ਇੱਕ ਡਾਕੂ ਦੇ ਨਾਮ ਦੇ ਉੱਪਰ ਉਸ ਧਰਤੀ ਦਾ ਨਾਮ ਸੀ। ਅਸੀਂ ਦੇਖਦੇ ਹਾਂ ਕਿ ਸੰਸਾਰ ਦੇ ਅੰਦਰ ਜੇ ਕੋਈ ਨਾਮ ਕਿਸੇ ਦਾ ਮਸ਼ਹੂਰ ਹੋਏ ਨਾ ਤੇ ਉਹਦਾ ਨਾਮ ਉਸ ਰੋਡ ਦੇ ਉੱਪਰ, ਉਸ ਥਾਂ ਦੇ ਉੱਪਰ ਪੈ ਜਾਂਦਾ ਹੈ। ਉਹ ਮਾਖੋਵਾਲ ਇੱਕ ਡਾਕੂ ਸੀ ਤੇ ਡਾਕੂ ਕਰਕੇ ਉਸ ਧਰਤੀ ਦਾ ਨਾਮ ਮਾਖੋਵਾਲ ਪਿਆ ਹੋਇਆ ਸੀ। ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਧਰਤੀ ਨੂੰ ਮੁੱਲ ਖਰੀਦਿਆ। ਪਹਿਲੇ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਮ ਦੇ ਉੱਪਰ ਰੱਖਿਆ ਤੇ ਜਦੋਂ ਗੋਬਿੰਦ ਰਾਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਮਿਲਾਪ ਹੋਇਆ ਤੇ ਮਹਾਰਾਜ ਨੇ ਇੱਕ ਬਚਨ ਕੀਤੇ ਸਨ ਕਿ ਬੇਟਾ ਕੁਝ ਬਚਨ ਸੁਣਾਓ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉਸ ਵੇਲੇ ਉਮਰ ਇਤਿਹਾਸਕਾਰ ਆਖਦੇ ਨੇ 5 ਸਾਲ ਦੀ ਹੈ। 5.5 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ ਬਚਨ ਸਾਂਝੇ ਕੀਤੇ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਭਾਵੇਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਰਿਸ਼ਤੇ ਵਿੱਚ ਪਿਤਾ ਲੱਗਦੇ ਨੇ, ਪਰ ਕਹਿੰਦੇ ਕਿ ਪਿਤਾ ਤੋਂ ਵੱਧ ਤੁਸੀਂ ਗੁਰੂ ਹੋ ਮੇਰੇ ਲਈ, ਤੇ ਜਿਸ ਨੂੰ ਮਿਲ ਕੇ ਮੇਰੇ ਜੀਵਨ ਅੰਦਰ ਆਨੰਦ ਪੈ ਗਿਆ। ਤੇ ਮਹਾਰਾਜ ਨੇ ਇਤਿਹਾਸਕਾਰ ਆਖਦੇ ਨੇ ਕਿ ਉਸ ਵੇਲੇ ਚੱਕ ਨਾਨਕੀ ਤੋਂ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖਿਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਅੱਜ ਮੈਂ ਕੇਵਲ ਦੋਹਾਂ ਗੱਲਾਂ ਦੇ ਪਰ ਵਿਚਾਰ ਕਰ ਰਿਹਾ ਕਿ ਗੁਰਦੇਵ ਪਾਤਸ਼ਾਹ ਦਇਆ ਦੀ ਮੂਰਤ ਨੇ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਸਬਰ ਦੀ ਮੂਰਤ ਨੇ, ਸੰਤੋਖ ਦੀ ਮੂਰਤ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਤੋਂ ਲੋਕਾਈ ਦੀ ਭਲਾਈ ਲਈ ਗੁਰਦੇਵ ਪਾਤਸ਼ਾਹ ਅੱਗੇ ਯਾਤਰਾ ਕਰਦੇ ਨੇ। ਮੈਂ ਇੱਕ ਗੱਲ ਕਰਕੇ ਸਮਾਪਤੀ ਕਰਾਂ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਅਨੰਦਪੁਰ ਧਰਤੀ ਪਰ ਬਿਰਾਜਮਾਨ ਨੇ, ਉਸ ਵੇਲੇ ਔਰੰਗਜ਼ੇਬ ਨੇ ਹਿੰਦੁਸਤਾਨ ਦੇ ਉੱਪਰ ਇਹ ਜ਼ੁਲਮ ਕੀਤਾ। ਉਹ ਚਾਹੁੰਦਾ ਸੀ ਕਿ ਸਾਰਾ ਹਿੰਦੁਸਤਾਨ ਇਸਲਾਮ ਦੇ ਦਾਇਰੇ ਦੇ ਵਿੱਚ, ਇਸ ਲਈ ਉਹ ਰੋਜ਼ਾਨਾ 1.25 ਮਣ ਜਨੇਊ ਉਤਾਰ ਕੇ ਦੁਪਹਿਰ ਦਾ ਭੋਜਨ ਖਾਂਦਾ ਸੀ। ਤੁਸੀਂ ਇਮੇਜਨ ਕਰਨਾ ਕਿ ਇੱਕ ਜਨੇਊ ਦਾ ਭਾਰ ਕਿਤਨਾ ਕੁ ਹੁੰਦਾ ਹੈ, ਤਕਰੀਬਨ ਕਹਿ ਲਓ 50 ਗ੍ਰਾਮ। ਤੇ ਕਿਤਨੇ ਹਿੰਦੂਆਂ ਦਾ ਕਤਲ ਹੁੰਦਾ ਹੋਏਗਾ, ਉਸ ਤੋਂ ਬਾਅਦ ਉਹ ਜਾ ਕੇ ਭੋਜਨ ਖਾਂਦਾ ਹੈ। 1.25 ਮਣ ਜਨੇਊ ਰੋਜ਼ਾਨਾ ਉਤਾਰ ਕੇ ਔਰੰਗਜ਼ੇਬ ਭੋਜਨ ਕਰਦਾ ਸੀ, ਇਤਿਹਾਸਕਾਰ ਕਹਿੰਦੇ ਨੇ। ਤੇ ਉਸ ਵੇਲੇ ਜੋ ਧਰਮ ਦੇ ਆਗੂ ਨੇ, ਜਿਨ੍ਹਾਂ ਨੂੰ ਬ੍ਰਾਹਮਣ ਕਿਹਾ ਜਾਂਦਾ, ਜਿਹਨੂੰ ਪੰਡਤ ਕਿਹਾ ਜਾਂਦਾ ਹੈ, ਉਹ ਕਸ਼ਮੀਰ ਦੀ ਧਰਤੀ ਉੱਪਰ ਨੇ। ਕਸ਼ਮੀਰੀ ਪੰਡਤਾਂ ਨੇ ਜਿਨ੍ਹਾਂ ਦਾ ਆਗੂ ਹੈ ਕਿਰਪਾ ਰਾਮ ਜੀ। ਹੁਣ ਕਿਰਪਾ ਰਾਮ ਦੀ ਜਦੋਂ ਗੱਲ ਕਰਦੇ ਹਾਂ ਤੇ ਕਿਰਪਾ ਰਾਮ ਦੇ ਜੋ ਆਪਣੇ ਵੱਡੇ ਨੇ, ਉਹਨਾਂ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪਹਿਲੇ ਜਾਮੇ ਦੇ ਵਿੱਚ ਗੱਲ ਹੋਈ ਹੈ। ਬ੍ਰਹਮਦਾਸ ਦੇ ਨਾਲ ਵਿਚਾਰਾਂ ਹੁੰਦੀਆਂ ਨੇ ਬਾਬੇ ਨਾਨਕ ਦੀਆਂ, ਜਦੋਂ ਮਹਾਰਾਜ ਨੇ ਇਹ ਬਚਨ ਕੀਤੇ ਸਨ ਕਿ ਪੜ ਗੱਡੀ ਲਦੀਆਂ, ਪੜ ਭਰੀਆਂ ਸਾਧ, ਪੜ ਬੇੜੀ ਪਾਈਆਂ, ਪੜ ਗੜੀਆਂ ਖਾਤ। ਇਹ ਸਾਰਾ ਸ਼ਲੋਕ ਆਸਾ ਕੀ ਵਾਰ ਦੇ ਵਿੱਚ ਹੈ। ਬ੍ਰਹਮਦਾਸ ਦੇ ਨਾਲ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ ਵਿਚਾਰਾਂ ਹੁੰਦੀਆਂ ਨੇ। ਬ੍ਰਹਮਦਾਸ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਮੁਰੀਦ ਬਣਦਾ ਹੈ। ਬ੍ਰਹਮਦਾਸ ਤੋਂ ਬਾਅਦ ਨਾਰਾਇਣ ਦਾਸ, ਨਾਰਾਇਣ ਦਾਸ ਤੋਂ ਬਾਅਦ ਅਣੂ ਦਾਸ, ਅਣੂ ਦਾਸ ਤੋਂ ਬਾਅਦ ਹੈ ਕਿਰਪਾ ਰਾਮ। ਇਹ ਚੌਥੀ ਪੀੜ੍ਹੀ ਹੈ। ਤੇ ਇਹਨਾਂ ਨੇ ਸਲਾਹ ਕੀਤੀ ਜੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੀ ਔਰੰਗਜ਼ੇਬ ਦੇ ਘਰ ਤੋਂ ਸਾਨੂੰ ਬਚਾ ਸਕਦਾ ਹੈ। ਸਾਧ ਸੰਗਤ, ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜਾਂ ਕਹਿ ਲਵਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਘਰ ਦੀ ਵਡਿਆਈ ਕਿਤਨੀ ਵੱਡੀ ਹੋਏਗੀ
ਕਿ ਔਰੰਗਜ਼ੇਬ ਜੋ ਉਸ ਵੇਲੇ ਤਖਤ ਨਸ਼ੀਨ ਹੈ, ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਸ ਦੇ ਨਾਲ ਜੇ ਕੋਈ ਟੱਕਰ ਲੈ ਸਕਦਾ ਹੈ ਤੇ ਉਹ ਕੇਵਲ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ ਜੋ ਸੱਚ ਦੇ ਉੱਪਰ ਪਹਿਰਾ ਦੇ ਰਿਹਾ ਹੈ। 16 ਬ੍ਰਾਹਮਣਾਂ ਦੀ ਮੀਟਿੰਗ ਹੁੰਦੀ ਹੈ ਤੇ 16 ਬ੍ਰਾਹਮਣਾਂ ਦੀ ਮੈਂਬਰ ਜਿਹੜੇ ਨੇ ਉਹ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਅਨੰਦਪੁਰ ਸਾਹਿਬ ਪਹੁੰਚਦੇ ਨੇ। ਅਨੰਦਪੁਰ ਸਾਹਿਬ ਦੀ ਧਰਤੀ ਉੱਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਫਰਿਆਦ ਕੀਤੀ ਜਾਂਦੀ ਹੈ ਤੇ ਇਹ ਦੀਵਾਨ ਦੇ ਅੰਦਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਮੌਜੂਦ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ, ਗੁਰਦੇਵ ਪਾਤਸ਼ਾਹ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ? ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਗੱਲ ਕਹੀ ਸੀ ਕਿ ਬੇਟਾ, ਇਹਨਾਂ ਦਾ ਧਰਮ ਕੇਵਲ ਇੱਕੋ ਸੂਰਤ ਵਿੱਚ ਬਚ ਸਕਦਾ ਹੈ ਜੇ ਕੋਈ ਜਪੀ ਤਪੀ ਪਹੁੰਚਿਆ ਹੋਇਆ ਪੈਗੰਬਰ ਆਪਣੀ ਸ਼ਹਾਦਤ ਦੇ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੀ ਉਸ ਵੇਲੇ ਉਮਰ 9 ਸਾਲ ਦੀ ਹੈ, ਆਖਣਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਕੌਣ ਹੋਏਗਾ? ਇਹ ਕਹਿਣਾ ਸੌਖਾ ਨਹੀਂ ਹੈ। ਇਹ ਸਾਰੀ ਜ਼ਿੰਮੇਵਾਰੀ ਨੂੰ ਨਿਭਾਉਣ ਯੋਗ ਵੀ ਹੋ ਗਏ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ। ਤੇ ਕਿਸੇ ਨੇ ਸਵਾਲ ਕੀਤਾ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਿ ਗੋਬਿੰਦ ਰਾਏ, ਜੋ ਤੁਸੀਂ ਗੱਲ ਕਹਿ ਰਹੇ ਹੋ ਇਹਦਾ ਮਤਲਬ ਸਮਝਦੇ ਹੋ ਤੁਸੀਂ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੋ ਜਾਏਗੀ, ਤੁਹਾਡੇ ਸਿਰ ਦੇ ਉੱਪਰੋਂ ਪਿਤਾ ਦਾ ਆਸਰਾ ਚੁੱਕਿਆ ਜਾਏਗਾ, ਤੁਸੀਂ ਬੇਆਸਰੇ ਹੋ ਜਾਓਗੇ, ਅਨਾਥ ਹੋ ਜਾਓਗੇ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿ ਜੇ ਇੱਕ ਗੋਬਿੰਦ ਰਾਏ ਦੇ ਅਨਾਥ ਹੋਣ ਦੇ ਨਾਲ ਹਿੰਦੁਸਤਾਨ ਦੇ ਲੱਖਾਂ ਬੱਚੇ ਜਿਹੜੇ ਨੇ ਉਹ ਅਨਾਥ ਹੋਣ ਤੋਂ ਬਚ ਜਾਂਦੇ ਨੇ ਤੇ ਗੋਬਿੰਦ ਰਾਏ ਅਨਾਥ ਹੋਣ ਨੂੰ ਤਿਆਰ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ ਦੀ ਮਰਿਆਦਾ ਨਿਭਾ ਕੇ ਦਿੱਲੀ ਪਹੁੰਚਦੇ ਨੇ। ਮੈਂ ਸੰਖੇਪ ਜੀ ਅਰਜ਼ ਕਰ ਰਹੇ ਹਾਂ। ਤੇ ਦਿੱਲੀ ਦੀ ਧਰਤੀ ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚਾਂਦਨੀ ਚੌਕ ਮਹਾਰਾਜ ਦੇ ਸਾਹਮਣੇ 3 ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਿ ਗੁਰੂ ਤੇਗ ਬਹਾਦਰ ਜੀ ਜਾਂ ਤੇ ਇਸਲਾਮ ਕਬੂਲ ਕਰ ਲਿਓ, ਜੇ ਇਸਲਾਮ को कबूल नहीं करना तो फिर करामात करके दिखाओ, जे करामात नहीं करनी फिर तुहानू शहीद कर दिता जाएगा। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ ਪਿਆਰੇ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਇਹ ਵੀ ਨਾਲ ਨੇ। ਮਹਾਰਾਜ ਨੂੰ ਉਸ ਭੂਤਾਂ ਵਾਲੀ ਜੋ ਕੋਠੀ ਹੈ, ਉਸ ਵੇਲੇ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਸੀ, ਲੋਕੀ ਦਿਨੇ ਡਰਦੇ ਸਨ, ਮਹਾਰਾਜ ਨੂੰ ਉੱਥੇ ਰੱਖਿਆ ਗਿਆ। ਕਈ ਦਿਨ ਮਹਾਰਾਜ ਨੂੰ ਭੋਜਨ ਨਹੀਂ ਦਿੱਤਾ ਗਿਆ ਤੇ ਜਿਸ ਪਿੰਜਰੇ ਵਿੱਚ ਰੱਖਿਆ ਉਸ ਪਿੰਜਰੇ ਦੇ ਵਿੱਚ ਨਾ ਮਨੁੱਖ ਬੈਠ ਸਕਦਾ ਸੀ ਨਾ ਖੜਾ ਹੋ ਸਕਦਾ ਸੀ। ਉਸ ਹਾਲਤ ਦੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਰੱਖਿਆ ਗਿਆ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਾਹਮਣੇ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਨੂੰ ਚੀਰੇ ਦੇ ਨਾਲ, ਆਰੇ ਨਾਲ ਚੀਰ ਕੇ 2 ਫਾੜ ਕਰ ਦਿੱਤੇ ਗਏ। ਤੇ ਮਤੀ ਦਾਸ ਨੂੰ ਪੁੱਛਦੇ ਨੇ, ਭਾਈ ਮਤੀ ਦਾਸ ਕੋਈ ਮੰਗ ਹੈ? ਆਖਣ ਲੱਗੇ ਹਾਂ, ਇੱਕ ਮੰਗ ਮੇਰੀ ਜ਼ਰੂਰੀ ਹੈ ਕਿ ਜਦੋਂ ਮੇਰੇ ਸਿਰ ਦੇ ਉੱਪਰ ਆਰਾ ਚਲੇ ਨਾ, ਮੇਰਾ ਮੁਖ ਮੇਰੇ ਗੁਰੂ ਵੱਲ ਹੋਏ, ਜਿਸ ਨੂੰ ਗੁਰਬਾਣੀ ਆਖਦੀ ਹੈ ਕਿ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ। ਆਖਦੇ ਨੇ ਕਿ ਮੈਨੂੰ ਆਪਣੇ ਗੁਰੂ ਮੁਰਸ਼ਦ ਦਾ ਕਰਵਟ ਨਹੀਂ ਚੰਗਾ ਲੱਗਦਾ, ਆਰਾ ਚੰਗਾ ਲੱਗਦਾ ਹੈ। ਭਾਈ ਮਤੀ ਦਾਸ ਜੀ ਦੇ ਸਰੀਰ ਦੇ 2 ਟੁਕੜੇ ਕਰ ਦਿੱਤੇ ਗਏ। ਭਾਈ ਸਤੀ ਦਾਸ ਨੂੰ ਰੂਹ 'ਚ ਲਪੇਟ ਕੇ ਉਹਨਾਂ ਨੂੰ ਸੰਸਕਾਰ ਕਰਤਾ ਛੱਡ ਦਿੱਤਾ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਹੋਈ ਦੇਗ ਦੇ ਵਿੱਚ ਉਬਾਲਿਆ ਗਿਆ। ਤੇ ਸਾਧ ਸੰਗਤ ਉਸ ਵੇਲੇ ਕਾਜੀ ਔਰ ਜੱਲਾਦ ਇਹ ਪੁੱਛਦੇ ਨੇ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਅੱਖਾਂ ਦੇ ਸਾਹਮਣੇ ਸਿੱਖ ਜਿਹੜੇ ਨੇ ਉਹ ਸ਼ਹੀਦ ਹੋ ਗਏ ਨੇ, ਹੁਣ ਵੀ ਇਸਲਾਮ ਕਬੂਲ ਕਰ ਲਿਓ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਕਰਾ ਕੇ ਆਖਣ ਲੱਗੇ, ਇਹ ਦੇਖ ਕੇ ਵੀ ਤੁਹਾਨੂੰ ਸਮਝ ਨਹੀਂ ਆਈ ਕਿ ਜਿਸ ਗੁਰੂ ਦੇ ਪੜ੍ਹਾਏ ਹੋਏ ਬੱਚੇ ਚੰਗੇ ਨੰਬਰ ਲੈ ਕੇ ਪਾਸ ਹੋਣ ਨਾ, ਉਸ ਗੁਰੂ ਦਾ ਸੀਨਾ ਚੌੜਾ ਹੋ ਜਾਂਦਾ ਹੈ ਕਿ ਮੇਰੇ ਪੜ੍ਹਾਏ ਹੋਏ ਬੱਚੇ ਚੰਗੇ ਨੰਬਰਾਂ ਦੇ ਨਾਲ ਪਾਸ ਹੋਏ ਨੇ ਤੇ ਅੱਜ ਮੇਰੇ ਪਿਆਰੇ ਸਿੱਖ, ਮੇਰੇ ਪੜ੍ਹਾਏ ਹੋਏ ਬੱਚੇ
ਚੰਗੇ ਨੰਬਰਾਂ ਦੇ ਨਾਲ ਪਾਸ ਹੋ ਕੇ ਸ਼ਹਾਦਤ ਦਾ ਜਾਮ ਪੀ ਗਏ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਦੇ ਸਾਹਮਣੇ ਇਹ ਸ਼ਰਤਾਂ ਰੱਖੀਆਂ ਕਿ ਇਸਲਾਮ ਕਬੂਲ ਕਰ ਲੈਣ ਜਾਂ ਕਰਾਮਾਤ ਕਰਕੇ ਦਿਖਾਣ, ਨਹੀਂ ਤੇ ਸ਼ਹਾਦਤ ਦਾ ਜਾਮ, ਤੇ ਧੰਨ ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ ਅਸੀਂ ਖੰਦਾਨੀ ਕਾਜੀ ਹਾਂ। ਫਤਵਾ ਪੜਨ ਵੇਲੇ ਮੇਰੀ ਜ਼ਬਾਨ ਲੜਖੜਾਏਗੀ ਨਹੀਂ, ਕਿਉਂਕਿ ਖੰਦਾਨੀ ਹਾਂ ਮੈਂ। ਜੱਲਾਦ ਕਹਿਣ ਲੱਗਾ ਮੈਂ ਵੀ ਖੰਦਾਨੀ, ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੁਸਕਰਾ ਕੇ ਆਖਣ ਲੱਗੇ ਰੱਬ ਨੇ ਕੈਸਾ ਸੰਜੋਗ ਬਣਾਇਆ ਹੈ, ਕਾਜੀ ਵੀ ਖੰਦਾਨੀ ਹੈ, ਜੱਲਾਦ ਵੀ ਖੰਦਾਨੀ ਹੈ, ਤੇ ਤੁਸੀਂ ਕਿਉਂ ਭੁੱਲ ਗਏ ਹੋ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ ਮੈਂ ਵੀ ਖੰਦਾਨੀ ਹਾਂ। ਮੇਰੇ ਵੀ ਦਾਦੇ ਨੇ ਲਾਹੌਰ ਦੀ ਧਰਤੀ ਉੱਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਸਤਿਗੁਰ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ, ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਜੋ ਸੀਸ ਹੈ ਭਾਈ ਜੈਤਾ ਜੀ, ਜਿਨ੍ਹਾਂ ਦਾ ਨਾਮ ਫਿਰ ਭਾਈ ਜੀਵਨ ਜੀ ਹੋ ਗਿਆ, ਉਹ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਪਰ ਪਹੁੰਚੇ ਨੇ। ਤੇ ਸਤਿਗੁਰੂ ਮਹਾਰਾਜ ਦਾ ਪਾਵਨ ਜੋ ਧੜ ਹੈ, ਸਰੀਰ ਹੈ, ਉਹਨੂੰ ਭਾਈ ਲੱਖੀ ਸ਼ਾਹ ਵਣਜਾਰਾ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ, ਉੱਥੇ ਜਾ ਕੇ ਸਰੀਰ ਦਾ ਸੰਸਕਾਰ ਕਰਦੇ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਇਆ ਦੀ ਮੂਰਤ ਨੇ, ਸਤਿਗੁਰੂ ਮਹਾਰਾਜ ਸੰਤੋਖ ਦੀ ਮੂਰਤ ਨੇ, ਪਰਉਪਕਾਰੀ ਸਤਿਗੁਰੂ ਮਹਾਰਾਜ ਰਹਿਮਤ ਕਰਨ ਗੁਰਦੇਵ ਦੇ ਪਾਵਨ ਜੀਵਨ ਦੇ ਚੋਂ ਕੁਝ ਕਿਣਕਾ ਵੀ ਆਪਣੇ ਹਿਰਦੇ ਵਸਾ ਸਕੀਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ।